योर वर्ल्ड न्यूज़ देख रहे ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਜਿਵੇਂ ਕਿ ਤੁਸੀਂ ਸਭ ਲੋਕ ਜਾਣਦੇ ਹੀ ਹੋ ਕਿ ਕੋਵਿਡ-19 ਦੇ ਚੱਲਦਿਆਂ ਪ੍ਰਸ਼ਾਸਨ ਬਾਖੂਬੀ ਆਪਣੀ ਡਿਊਟੀ ਨਿਭਾ ਰਿਹਾ। ਜੇਕਰ ਗੱਲ ਕਰੀਏ ਪੋਲੀਟੀਕਲ ਨੁਮਾਇੰਦਿਆਂ ਦੀ ਤਾਂ ਕੁਝ ਪੋਲੀਟੀਕਲ ਨੁਮਾਇੰਦੇ ਵੀ ਡਿਊਰਿੰਗ ਕੋਵਿਡ-19 ਅਜਿਹਾ ਕੰਮ ਕਰ ਰਹੇ ਨੇ ਜਿਹਦੇ ਨਾਲ ਉਹਨਾਂ ਦੀ ਸ਼ਲਾਘਾ ਹੋ ਰਹੀ ਹੈ। ਤੇ ਅੱਜ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹਨਾਂ ਨੂੰ ਪਹਿਲਾਂ ਤਾਂ ਜ਼ਿਆਦਾਤਰ ਮਾਡਲ ਟਾਊਨ ਦੇ ਲੋਕ ਹੀ ਜਾਣਦੇ ਸੀ, ਪਰ ਜੇਕਰ ਗੱਲ ਕਰੀਏ ਡਿਊਰਿੰਗ ਕੋਵਿਡ-19 ਜੇਕਰ ਗੱਲ ਕਰੀਏ ਉਹਨਾਂ ਦੀ ਵਰਕਿੰਗ ਦੀ ਤਾਂ ਸੋਸ਼ਲ ਮੀਡੀਆ ਤੇ ਉਹਨਾਂ ਦੀ ਵਰਕਿੰਗ ਇੰਨੀ ਸਪਰੈਡ ਹੋ ਗਈ ਕਿ ਹੁਣ ਉਹਨਾਂ ਨੂੰ ਪੰਜਾਬ ਲੈਵਲ ਤੱਕ ਲੋਕ ਜਾਣਨ ਲੱਗੇ ਨੇ ਤੇ ਪੰਜਾਬ ਸਰਕਾਰ ਵੱਲੋਂ ਇੱਕ ਐਪਰੀਸੀਏਸ਼ਨ ਲੈਟਰ ਵੀ ਉਹਨਾਂ ਨੂੰ ਮਿਲਿਆ। ਤੇ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਵਾਰਡ ਨੰਬਰ 27 ਦੀ ਕਾਉਂਸਲਰ ਅਰੁਣਾ ਅਰੋੜਾ ਜੀ ਦੇ ਨਾਲ। ਆਓ ਤੁਹਾਨੂੰ ਮੈਮ ਦੇ ਨਾਲ ਮਿਲਵਾਉਂਦੇ ਹਾਂ ਤਾਂ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਮੈਮ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਸਵਾਲ ਆਉਂਦਾ ਮੈਮ ਕਿ ਤੁਹਾਡਾ ਪੋਲੀਟੀਕਲ ਕਰੀਅਰ ਦੀ ਸ਼ੁਰੂਆਤ ਕਦੋਂ ਹੋਈ ਹੈ? 13 ਸਾਲ ਹੋ ਗਏ ਜੀ ਮੈਨੂੰ। ਮੈਂ ਇੱਕ ਹਾਊਸ ਵਾਈਫ ਸੀ ਤੇ ਇਹ ਵਾਰਡ ਜਿਹੜਾ ਸੀ ਲੇਡੀਜ਼ ਵਾਰਡ ਰਿਜ਼ਰਵ ਹੋ ਗਿਆ ਸੀ ਤੇ ਮੇਰੇ ਹਸਬੈਂਡ, ਮੇਰੀਆਂ ਫਰੈਂਡਸ ਔਰ ਮੇਰੇ ਜਿਹੜੇ ਹੋਰ ਵੀ ਮੇਰੇ ਹਸਬੈਂਡ ਦੇ ਫਰੈਂਡਸ ਸਾਰਿਆਂ ਨੇ ਮੈਨੂੰ ਬਹੁਤ ਕੰਪੈਲ ਕੀਤਾ ਕਿ ਤੁਸੀਂ ਪੋਲਿਟਿਕਸ ਜੁਆਇਨ ਕੀਤਾ, ਲੇਕਿਨ ਮੈਂ ਉਦੋਂ ਮਨਾ ਕਰਤਾ ਸੀ ਕਿਉਂਕਿ ਮੈਂ ਇੱਕ ਇਸ ਤਰ੍ਹਾਂ ਦੀ ਹਾਊਸ ਵਾਈਫ ਸੀ ਜਿਹੜੀ ਕਿ ਆਪਣੇ ਗੇਟ ਨੂੰ ਵੀ ਨਹੀਂ ਕ੍ਰੋਸ ਕਰਦੀ ਸੀ। ਆਪਣੇ ਬੇਟੇ ਨੂੰ ਦੇਖਣਾ, ਆਪਣੀ ਘਰ ਦੀ ਕਿਚਨ ਦੇਖਣਾ, ਉਹਦੇ ਵਿੱਚ ਹੀ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਦੀ ਸੀਗੀ। ਤੇ ਜਦੋਂ ਮੈਨੂੰ ਸਾਰਿਆਂ ਨੇ ਕੰਪੈਲ ਕੀਤਾ ਕਿ ਨਹੀਂ ਤੁਹਾਨੂੰ ਇਲੈਕਸ਼ਨ ਲੜਨਾ ਹੀ ਪੈਣਾ ਤੇ ਫਿਰ ਮੈਂ ਜਿਸ ਤਰ੍ਹਾਂ ਪਰਮਾਤਮਾ ਅੱਗੇ ਹਮੇਸ਼ਾ ਅਰਦਾਸ ਕਰਕੇ ਆਪਣਾ ਹਰ ਸਟੈਪ ਲੈਂਦੀ। ਮੈਂ ਪਰਮਾਤਮਾ ਅੱਗੇ ਹੀ ਅਰਦਾਸ ਕੀਤੀ ਸੀ ਕਿ ਅਗਰ ਮੈਨੂੰ ਤੁਸੀਂ ਰਾਜਨੀਤੀ ਦੇ ਵਿੱਚ ਪਾ ਨਹੀਂ ਲੱਗਿਓ ਤਾਂ ਮੈਂ ਇੱਕ ਰਬੜ ਸਟੈਂਪ ਬਣ ਕੇ ਨਾ ਰਵਾਂ। ਕੋਈ ਇਹ ਨਾ ਕਵੇ ਕਿ ਉਹਨਾਂ ਨੇ ਕਾਉਂਸਲਰ ਦੀ ਇਲੈਕਸ਼ਨ ਤੇ ਲੜ ਰਹੀ ਹੈ ਪਰ ਉਹਨੂੰ ਵਰਕਿੰਗ ਦਾ ਕੁਝ ਪਤਾ ਹੀ ਨਹੀਂ ਹੈ ਜੀ। ਸੋ ਇਸ ਦੇ ਨਾਲ ਜੇਕਰ ਮੈਮ ਗੱਲ ਕਰੀਏ ਕਿ ਤੁਸੀਂ ਹਮੇਸ਼ਾ ਮੀਡੀਆ ਸਾਹਮਣੇ ਇਹ ਚੀਜ਼ ਦੱਸਦੇ ਹੋ ਕਿ ਤੁਹਾਡੀ ਫੈਮਿਲੀ ਦੀ ਬਹੁਤ ਸਪੋਰਟ ਆ ਤੁਹਾਨੂੰ, ਤੇ ਅਸਲ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਇੱਕ ਮਰਦ ਦੀ ਕਾਮਯਾਬੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਤੇ ਤੁਹਾਡੇ ਮਾਮਲੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅਰੁਣਾ ਅਰੋੜਾ ਦੀ ਕਾਮਯਾਬੀ ਦੇ ਪਿੱਛੇ ਉਹਨਾਂ ਦੀ ਵਰਕਿੰਗ ਤੇ ਨਾਲ ਹੀ ਇੱਕ ਪੁਰਸ਼ ਦਾ ਹੱਥ ਹੈ। ਤੇ ਇਹਦੇ 'ਚ ਕਿੰਨੀ ਕੁ ਸੱਚਾਈ ਹੈ ਸਾਡੇ ਦਰਸ਼ਕਾਂ ਨੂੰ ਦੱਸੋ। ਬਿਲਕੁਲ ਪੂਰੀ ਸੱਚਾਈ ਹੈ ਜੀ, ਕਿਉਂਕਿ ਮੇਰੇ ਹਸਬੈਂਡ ਨੂੰ 35 ਸਾਲ ਹੋ ਗਏ ਪੋਲਿਟਿਕਸ ਦੇ ਵਿੱਚ। ਉਹ ਮਹਿੰਦਰ ਸਿੰਘ KP ਜੀ ਦੇ ਨਾਲ ਵੀ ਹੁੰਦੇ ਆ ਪੰਜਾਬ ਦੇ ਵਿੱਚ। ਉਹਨਾਂ ਨੇ ਬਹੁਤ ਸੇਵਾ ਕੀਤੀ। ਜਦੋਂ ਮੇਰੀ ਮੈਰਿਜ ਹੋਈ ਸੀ ਮੈਂ ਉਦੋਂ ਦਾ ਹੀ ਉਹਨਾਂ ਨੂੰ ਦੇਖਦੀ ਆ ਰਹੀ ਸੀ। ਉਹ ਸੋਸ਼ਲ ਸਰਵਿਸ ਕਰਦੇ ਸੀ। ਸਾਡੇ ਘਰ ਦੇ ਵਿੱਚ ਕੋਈ ਵੀ ਬੰਦਾ ਆਉਂਦਾ ਸੀ ਉਹਨਾਂ ਨੇ ਕਦੀ ਨਹੀਂ ਕਿਹਾ ਸੀ ਕਿ ਮੈਂ ਕੰਮ ਨਹੀਂ ਕਰ ਸਕਦਾ। ਆਊਟ ਆਫ ਦੀ ਵੇ ਹੋ ਕੇ ਹਮੇਸ਼ਾ ਉਹਨਾਂ ਦੀ ਹੈਲਪ ਕਰਦੇ ਸੀ ਔਰ ਮੈਂ ਉਹਨਾਂ ਦਾ ਵੇ ਦੇਖਦੀ ਸੀ ਕਿ ਕਿਸ ਤਰ੍ਹਾਂ ਉਹ ਕੰਮ ਕਰਵਾ ਰਹੇ ਹੈ। ਤੇ ਉਹਨਾਂ ਨੇ ਮੈਨੂੰ ਬਹੁਤ, ਜਦੋਂ ਇਲੈਕਸ਼ਨ ਵੀ ਫਸਟ ਮੈਂ ਲੜੀ ਹਾਂ ਉਦੋਂ ਇਸੇ ਬੇਸ 'ਤੇ ਇਲੈਕਸ਼ਨ ਲੜੀ ਸੀ ਕਿ ਮੈਂ ਮਿਸਿਸ ਮਨੋਜ ਅਰੋੜਾ ਹਾਂ ਤੇ ਸਾਰਿਆਂ ਨੇ ਇਸੇ ਬੇਸ 'ਤੇ ਮੈਨੂੰ ਵੋਟਾਂ ਪਾਈਆਂ ਸੀ। ਉਸ ਤੋਂ ਬਾਅਦ ਮੇਰਾ ਬੇਟਾ ਜਿਹੜਾ ਉਹ ਵੀ ਹੁਣ ਕਿਉਂਕਿ ਜਵਾਨ ਹੋ ਗਿਆ, ਉਹ ਵੀ ਮੇਰੀ ਬਹੁਤ ਸਪੋਰਟ ਕਰਦਾ ਹੈ। ਉਹ ਹਮੇਸ਼ਾ ਮੈਨੂੰ ਦੱਸਦਾ ਹੈ ਕਿ ਮੰਮਾ ਤੁਸੀਂ ਹੁਣ ਇਹ ਵਰਕ ਨੂੰ ਇਸ ਤਰ੍ਹਾਂ ਕਰ ਲਓ, ਇਹ ਥੋੜ੍ਹਾ ਸਟਾਈਲ ਚੇਂਜ ਕਰ ਲਓ। ਬਹੁਤ ਦੋਨੋਂ ਸਾਥ ਦਿੰਦੇ ਆ ਮੇਰਾ ਜੀ। ਤੇ ਤੁਸੀਂ ਡਿਊਰਿੰਗ ਦਾ ਕੋਵਿਡ-19 ਬਹੁਤ ਅੱਛਾ ਕੰਮ ਕਰ ਰਹੇ ਹੋ, ਲੋਕ ਸਰਾਹਨਾ ਵੀ ਕਰ ਰਹੇ ਨੇ। ਸੋਸ਼ਲ ਮੀਡੀਆ 'ਤੇ ਆਮ ਤੌਰ 'ਤੇ ਤੁਹਾਡੀਆਂ ਪਿਕਚਰਸ ਵੀ ਵਾਇਰਲ ਹੋ ਰਹੀਆਂ ਨੇ। ਤੇ ਜੇ ਬਾਕੀ ਨੁਮਾਇੰਦਿਆਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਬਾਕੀ ਨੁਮਾਇੰਦਿਆਂ ਕੋਲ ਐਕਸਕਿਊਜ਼ਸ ਬਹੁਤ ਨੇ ਕਿ ਜੀ ਸਾਨੂੰ ਕਾਰਪੋਰੇਸ਼ਨ ਸਾਥ ਨਹੀਂ ਦਿੰਦੀ। ਇੱਦਾਂ ਜੋ ਮੈਨ ਪਾਵਰ ਤੁਸੀਂ ਯੂਜ਼ ਕਰ ਰਹੇ ਹੋ ਜਾਂ ਜੋ ਇਕਵਿਪਮੈਂਟਸ ਤੁਸੀਂ ਹੁਣ ਯੂਜ਼ ਕਰ ਰਹੇ ਹੋ, ਕੀ ਕਾਰਪੋਰੇਸ਼ਨ ਦਾ ਇਹਦੇ 'ਚ ਕੋਈ ਸਹਿਯੋਗ ਹੈ ਜਾਂ ਪਰਸਨਲ ਤੌਰ 'ਤੇ ਕਰ ਰਹੇ ਹੋ? ਇਸ ਤਰ੍ਹਾਂ ਸੀ ਮੈਡਮ, ਜਿਹੜੇ ਪਹਿਲੇ ਸਾਡੇ 5 ਸਾਲ ਸੀਗੇ ਉਦੋਂ ਸਾਨੂੰ ਕਾਰਪੋਰੇਸ਼ਨ ਵੱਲੋਂ ਬਹੁਤ ਹੈਲਪ ਸੀ, ਚਾਹੇ ਓਪੋਨੈਂਟ ਪਾਰਟੀ ਦੇ ਵਿੱਚ ਸੀ ਮੈਂ, ਲੇਕਿਨ ਸਾਨੂੰ ਸਪੋਰਟ ਮਿਲ ਰਹੀ ਸੀ। ਉਸ ਤੋਂ ਬਾਅਦ ਡੇ ਬਾਈ ਡੇ ਇਸ ਤਰ੍ਹਾਂ ਦੀ ਸਿਚੁਏਸ਼ਨ ਕ੍ਰੀਏਟ ਹੋ ਗਈ ਕਿ ਫੰਡਸ ਦੀ ਕਮੀ ਹੈ, ਮਸ਼ੀਨਸ ਦੀ ਕਮੀ ਹੈ ਅਤੇ ਸਵੀਪਰਸ ਦੀ ਕਮੀ ਹੈ। ਅਬਾਊਟ ਮੈਂ ਆਪਣੀ ਸੈਕਿੰਡ ਟੈਨੋਰ ਦੇ ਵਿੱਚ ਹੀ ਪ੍ਰਾਈਵੇਟ ਸਵੀਪਰ ਰੱਖਣੇ ਸ਼ੁਰੂ ਕਰਤੇ ਸੀ ਕਿਉਂਕਿ ਮੈਨੂੰ ਸਫਾਈ ਦਾ ਬਹੁਤ ਸ਼ੌਂਕ ਹੈ। ਮੈਨੂੰ ਹੁੰਦਾ ਸੀ ਕਿ ਮੇਰਾ ਵਾਰਡ ਜਿਹੜਾ ਉਹ ਸਾਫ਼ ਸੁਥਰਾ ਨਜ਼ਰ ਆਉਣਾ ਚਾਹੀਦਾ ਹੈ। ਫਿਰ ਵਿੱਚ ਥੋੜ੍ਹੀ ਜਿਹੀ ਮੇਰੇ ਹਸਬੈਂਡ ਦੀ ਥੋੜ੍ਹੀ ਪ੍ਰੋਬਲਮ ਹੋ ਗਈ ਸੀ, ਜਿਸ ਕਰਕੇ ਉਹ ਮੈਂ ਜਿਹੜੇ ਪ੍ਰਾਈਵੇਟ ਸਵੀਪਰ ਸੀ ਉਹਨਾਂ ਨੂੰ ਆਫ ਕਰ ਦਿੱਤਾ ਸੀਗਾ। ਉਸ ਤੋਂ ਕੋਵਿਡ ਦੇ ਸਟਾਰਟਿੰਗ ਹੋਣ ਤੋਂ ਬਾਅਦ 2 ਮਹੀਨੇ ਪਹਿਲੇ ਜਿਹੜੀ ਮੇਰੀ ਪ੍ਰਾਈਵੇਟ ਟੀਮ ਸੀ ਉਹਨੇ ਫਿਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦਿਨ ਫਸਟ ਡੇ ਲੋਕਡਾਊਨ ਹੋਇਆ ਮੈਂ ਆਪਣੀ ਸਾਰੀ ਟੀਮ ਨੂੰ ਬੁਲਾਇਆ ਔਰ ਇਹਨਾਂ ਨੂੰ ਮੈਂ ਪੁੱਛਿਆ ਕਿ ਦੇਖੋ ਹਾਲਾਤ ਇਸ ਤਰ੍ਹਾਂ ਦੇ ਹੈ ਕਿ ਜਿਸ ਦੇ ਵਿੱਚ ਇਹੀ ਕਿਹਾ ਜਾ ਰਿਹਾ ਕਿ ਹਰ ਬੰਦਾ ਆਪਣੇ ਘਰ ਦੇ ਅੰਦਰ ਰਹੇਗਾ, ਲੇਕਿਨ ਕਿਉਂਕਿ ਜਿਹੜਾ ਮੇਰਾ ਵਾਰਡ ਹੈ ਉਹ ਮੇਰਾ ਪਰਿਵਾਰ ਹੈ, ਮੈਂ ਉਹਨਾਂ ਦੀ ਰਿਣੀ ਹਾਂ, ਉਹਨਾਂ ਨੇ ਮੈਨੂੰ ਵੋਟਾਂ ਦਿੱਤੀਆਂ। ਅਗਰ ਇੱਕ ਅਸੀਂ ਦੇਖੀਏ ਡਾਕਟਰਸ ਨੇ ਆਪਣੀਆਂ ਡਿਊਟੀਆਂ ਨਿਭਾ ਰਹੇ ਹੈ, ਪੁਲਿਸ ਆਫੀਸਰਸ ਆਪਣੀਆਂ ਡਿਊਟੀ ਨਿਭਾ ਰਹੇ ਹੈ ਤੇ ਇੱਕ ਕਾਉਂਸਲਰ ਹੋਣ ਦੇ ਨਾਤੇ ਜਿਹੜਾ ਮੇਰਾ ਪਰਿਵਾਰ ਹੈ ਉਹਨਾਂ ਨੂੰ ਸਾਫ਼ ਸਫਾਈ ਦੇਣਾ, ਉਹਨਾਂ ਦੇ ਸਾਰੇ ਘਰ ਨੂੰ ਸੈਨੀਟਾਈਜ਼ ਕਰਨਾ, ਪਾਰਕਾਂ ਨੂੰ ਸੈਨੀਟਾਈਜ਼ ਕਰਨਾ, ਉਹ ਮੇਰੀ ਡਿਊਟੀ ਹੈ। ਲੇਕਿਨ ਉਹ ਤਾਂ ਹੀ ਸੰਭਵ ਹੋ ਸਕਦਾ ਸੀ ਅਗਰ ਮੇਰੀ ਟੀਮ ਮੇਰਾ ਸਾਥ ਦਿੰਦੀ ਔਰ ਮੇਰੀ ਟੀਮ ਨੇ ਮੈਨੂੰ ਇੱਕੋ ਹੀ ਸ਼ਬਦ ਕਿਹਾ ਸੀ ਕਿ ਤੁਸੀਂ ਸਾਡੀ ਮਾਂ ਹੋ, ਅਸੀਂ ਹਮੇਸ਼ਾ ਤੁਹਾਡੇ ਨਾਲ ਖੜ੍ਹੇ ਹਾਂ। ਔਰ ਫਸਟ ਡੇ ਤੋਂ ਮੇਰੀ ਟੀਮ ਜਿਹੜੀ ਮੇਰੇ ਨਾਲ ਖੜ੍ਹੀ ਹੋਈ ਹੈ ਔਰ ਮੈਂ ਵੀ ਇੱਕ ਮਾਂ ਬਣ ਕੇ ਹਮੇਸ਼ਾ ਇਹਨਾਂ ਦੇ ਨਾਲ ਰਹੀ ਹਾਂ। ਇਹ ਨਹੀਂ ਕੀਤਾ ਕਿ ਮੈਂ ਇਹਨਾਂ ਨੂੰ ਕਿਹਾ ਤੁਸੀਂ ਕੰਮ ਕਰੋ ਅਤੇ ਮੈਂ ਜਾ ਰਹੀ ਹਾਂ। ਪੂਰਾ ਕੰਮ ਕਰਵਾ ਕੇ ਇਹਨਾਂ ਨੂੰ ਭੇਜ ਕੇ ਫਿਰ ਹੀ ਮੈਂ ਆਪਣੇ ਘਰ ਅੰਦਰ ਐਂਟਰ ਕਰਦੀ ਸੀ। ਔਰ ਇੱਕ ਮੇਰਾ ਬਹੁਤ ਪੁਰਾਣਾ ਜਿਸ ਤਰ੍ਹਾਂ ਕੋਈ ਇੱਕ ਬਚਪਨ ਦਾ ਸੁਪਨਾ ਸੀ ਕਿ ਜਦੋਂ ਮੈਂ ਪੁਲਿਸ ਆਫੀਸਰਸ ਨੂੰ ਦੇਖਦੀ ਸੀ, ਆਰਮੀ ਵਾਲਿਆਂ ਨੂੰ ਦੇਖਦੀ ਸੀ ਕਿ ਕਿਸ ਤਰ੍ਹਾਂ ਆਪਣੇ ਦੇਸ਼ ਦੀ ਸੇਵਾ ਕਰਦੇ, ਤਾਂ ਮੇਰੇ ਮਨ ਦੇ ਵਿੱਚ ਇੱਕ ਜਜ਼ਬਾ ਹੁੰਦਾ ਸੀ ਕਿ ਪਰਮਾਤਮਾ ਮੈਨੂੰ ਵੀ ਕੋਈ ਇਸ ਤਰ੍ਹਾਂ ਦਾ ਮੌਕਾ ਦੇਣਾ ਕਿ ਮੈਂ ਆਪਣੇ ਦੇਸ਼ 'ਤੇ ਕਿਤੇ ਕੰਮ ਆ ਸਕਾਂ। ਔਰ ਜਦੋਂ ਇਹ ਵਾਲਾ ਟਾਈਮ ਆਇਆ ਜਦੋਂ ਕਿ ਹਜੇ ਸਾਰੇ ਮੈਨੂੰ ਬਹੁਤ ਫੋਨ ਵੀ ਕਰਦੇ ਸੀ ਕਿ ਬਹੁਤ
ਬਹੁਤ ਟਾਈਮ ਇਸ ਤਰ੍ਹਾਂ ਦਾ ਤੇ ਤੁਸੀਂ ਘਰ ਬੈਠੋ, ਲੇਕਿਨ ਮੈਨੂੰ ਇਹ ਲੱਗਿਆ ਕਿ ਨਹੀਂ, ਪਰਮਾਤਮਾ ਨੇ ਇੱਕ ਮੈਨੂੰ ਜਿਸ ਤਰ੍ਹਾਂ ਸੋਰਸ ਬਣਾਇਆ ਆਪਣੀ ਦੇਸ਼ ਦੀ ਸੇਵਾ ਕਰਨ ਦਾ, ਤੇ ਕੋਈ ਗੱਲ ਨਹੀਂ, ਦੇਖੀ ਜਾਊਗੀ, ਜੋ ਹੋਏਗਾ। ਸੇਵਾ ਹੀ ਮੇਰਾ ਧਰਮ ਹੈ ਤੇ ਮੈਂ ਉਸ ਧਰਮ ਨੂੰ ਨਿਭਾਉਣ ਦੇ ਲਈ ਮੈਂ ਆਪਣਾ ਮੇਰਾ ਬੇਟਾ ਹੈ ਉਹਨੂੰ ਨਾਲ ਲੈ ਕੇ, ਆਪਣੀ ਪੂਰੀ ਟੀਮ ਨੂੰ ਲੈ ਕੇ ਅਸੀਂ ਮੈਦਾਨ ਦੇ ਵਿੱਚ ਕੁੱਦੇ ਹਾਂ ਤੇ ਅਸੀਂ ਪੂਰਾ ਜਿੰਨਾ ਸਾਡੇ ਕੋਲ ਮੈਕਸਿਮਮ ਹੋ ਸਕਿਆ ਅਸੀਂ ਓਨੀ ਸੇਵਾ ਕੀਤੀ ਹੈ ਜੀ। ਤੇ ਮੈਮ ਕੋਵਿਡ-19 ਦੇ ਦੌਰਾਨ ਤੁਸੀਂ ਕੰਮ ਕੀਤਾ ਤੇ ਤੁਹਾਨੂੰ ਕੋਈ ਔਕੜਾਂ ਵੀ ਆਈਆਂ ਹੋਣਗੀਆਂ, ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ। ਔਕੜਾਂ ਤੇ ਮੈਨੂੰ ਕੋਈ ਵੀ ਨਹੀਂ ਆਈਆਂ, ਕਿਉਂਕਿ ਮੈਂ ਸਵੇਰੇ ਉੱਠਦੇ ਹੀ ਹਮੇਸ਼ਾ ਪਰਮਾਤਮਾ ਅੱਗੇ ਅਰਦਾਸ ਕਰਕੇ ਹੀ ਘਰੋਂ ਨਿਕਲਦੀ ਹੁੰਦੀ ਹਾਂ ਕਿ ਪ੍ਰਭੂ ਜੀ ਸਾਨੂੰ ਤਾਕਤ ਦੇਣਾ, ਸ਼ਕਤੀ ਦੇਣਾ ਕੰਮ ਕਰਨ ਦੀ, ਸਾਨੂੰ ਇੰਸਪਾਇਰ ਵੀ ਕਰਨਾ ਕਿ ਤਾਂ ਜੋ ਅਸੀਂ ਸਹੀ ਤਰੀਕੇ ਦੇ ਨਾਲ ਆਪਣਾ ਕੰਮ ਕਰ ਸਕੀਏ। ਜਿੱਥੋਂ ਤੱਕ ਕਾਰਪੋਰੇਸ਼ਨ ਦਾ ਸਵਾਲ ਹੈ, ਕਾਰਪੋਰੇਸ਼ਨ ਵੱਲੋਂ ਸਾਨੂੰ ਥੋੜੀ ਹੈਲਪ ਮਿਲਦੀ ਸੀ, ਲੇਕਿਨ ਜਿਸ ਤਰੀਕੇ ਦਾ ਮੈਂ ਕੰਮ ਕਰਨਾ ਚਾਹੁੰਦੀ ਹਾਂ ਉਹਦੇ ਅਕੋਰਡਿੰਗ ਮੇਰੀ ਕਾਰਪੋਰੇਸ਼ਨ ਦੀ ਹੈਲਪ ਨਾਲ ਮੇਰਾ ਉਹ ਕੰਮ ਨਹੀਂ ਹੋ ਸਕਦਾ ਸੀ। ਇਸ ਕਰਕੇ ਅਸੀਂ ਟਰਾਲੀਆਂ ਵੀ ਆਪਣੀਆਂ ਪ੍ਰਾਈਵੇਟ ਮੰਗਾਉਣੀਆਂ ਸ਼ੁਰੂ ਕਰਤੀਆਂ, ਕਈ ਰੇੜੇ ਵਾਲਿਆਂ ਨੂੰ ਅਸੀਂ ਪੈਸੇ ਦੇ ਕੇ ਹਾਇਰ ਕਰ ਲਈਦਾ ਸੀ ਕੰਮ ਕਰਨ ਦੇ ਲਈ, ਕਿ ਤਾਂ ਜੋ ਸਾਡਾ ਫਿਰ ਜਿਹੜਾ ਸੈਨੀਟਾਈਜ਼ ਵਾਸਤੇ ਟਰੈਕਟਰ ਜਿਹੜਾ ਸੀ ਉਹ ਵੀ ਅਸੀਂ ਪ੍ਰਾਈਵੇਟ ਅਰੇਂਜ ਕੀਤਾ ਸੀ, ਕਿ ਤਾਂ ਜੋ ਜਿੰਨੇ ਮੇਰੇ, ਜਿਸ ਤਰ੍ਹਾਂ ਤੁਸੀਂ ਪਾਰਕ ਦੇਖ ਲਿਓ, ਇਹ ਪਾਰਕ ਵੀ ਸਾਡਾ ਹੀ ਡਿਵੈਲਪ ਕੀਤਾ ਹੋਇਆ ਹੈ। ਇੱਕ ਬੰਜ਼ਰ ਹੁੰਦਾ ਸੀ, ਚਾਹੇ ਇਸ ਨੂੰ ਹੁਣ ਜਿਹੜੀ ਸਾਡੀ ਸੁਸਾਇਟੀ ਦੇ ਮੈਂਬਰ ਹੈ, ਚੌਧਰੀ ਸਾਹਿਬ ਹੈ, ਹੋਰ ਜਿਹੜੀਆਂ ਪ੍ਰਾਈਵੇਟ ਸੁਸਾਇਟੀਆਂ ਜਿਹੜੀਆਂ ਸਾਰੀਆਂ ਇਹਨਾਂ ਦੇ ਵਿੱਚ ਆਪਣਾ ਕੋਆਪਰੇਟ ਕਰਦੀਆਂ, ਜਿੰਨਾ ਉਹਨਾਂ ਕੋਲ ਫਾਈਨਾਂਸ ਹੁੰਦਾ ਮੈਕਸਿਮਮ ਉਹਦੇ ਨਾਲ ਇਹਦੀ ਮੇਨਟੇਨੈਂਸ ਹੋ ਰਹੀ ਹੈ। ਸ਼ਿਵਾਨੀ ਪਾਰਕ ਹੈ, ਉਸ ਨੂੰ ਅਸੀਂ ਪ੍ਰਾਈਵੇਟ ਹੀ ਕ੍ਰੀਏਟ ਕਰਵਾਇਆ ਸਾਰਾ, ਉਹਦੇ ਤੇ ਪ੍ਰੋਪਰ ਫੰਡਸ ਜਿਹੜੇ ਨੇ HR ਇੰਟਰਨੈਸ਼ਨਲ ਕੰਪਨੀ ਹੈ ਉਹਨਾਂ ਦੇ ਲੱਗਿਆ, ਔਰ ਉਹੀ ਉਹਨੂੰ ਮੇਨਟੇਨੈਂਸ ਕਰ ਰਿਹਾ ਹੈ, ਕੋਈ ਕਾਰਪੋਰੇਸ਼ਨ ਦਾ ਉੱਥੇ 1 ਰੁਪਿਆ ਵੀ ਨਹੀਂ ਲੱਗਦਾ ਜੀ। ਤੇ ਮੈਮ ਜੇਕਰ ਆਪਾਂ ਗੱਲ ਕਰੀਏ ਤਾਂ ਸ਼ਹਿਰ ਦੇ ਵਿੱਚ ਕੁਝ ਇਹੋ ਜਿਹੇ ਪਲੇਸਿਸ ਸੀਗੇ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਮੇਨਟੇਨੈਂਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ, ਤੇ ਤੁਸੀਂ ਆਫਟਰ ਬਿਫੋਰ ਦੀਆਂ ਪਿਕਚਰਸ ਵੀ ਪਾਉਂਦੇ ਹੋ, ਕੁਝ ਇਹੋ ਜਿਹੀਆਂ ਥਾਵਾਂ ਨੇ ਜਿਨ੍ਹਾਂ ਨੂੰ ਤੁਸੀਂ ਹੁਣ ਕਲੀਨ ਵੀ ਕਰਾਇਆ, ਪ੍ਰੋਪਰ ਉਹਨਾਂ ਦੀ ਮੇਨਟੇਨੈਂਸ ਕਰਵਾਈ ਹੈ, ਤੇ ਇਹਨਾਂ ਦਾ ਮਤਲਬ ਖਾਸ ਕਾਰਨ ਕੀ ਹੈ, ਹੁਣ ਹੀ ਕਿਉਂ ਮਤਲਬ ਕਲੀਨ ਕਰਵਾਈਆਂ ਜਾ ਰਹੀਆਂ ਨੇ? ਇਸ ਤਰ੍ਹਾਂ ਨਹੀਂ ਸੀ ਜੀ, ਕਲੀਨ ਤੇ ਅਸੀਂ ਪਹਿਲੇ ਵੀ ਕਰਾਉਂਦੇ ਸੀ। ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸ ਰਹੀ ਹਾਂ, ਜਿਸ ਦਿਨ ਮੈਂ ਕਾਉਂਸਲਰ ਬਣੀ ਸੀ ਮੇਰੀ ਫਰਸਟ ਡੇ ਤੋਂ ਹੀ ਵਰਕਿੰਗ ਸਟਾਰਟ ਹੋ ਗਈ ਸੀ, ਔਰ ਉਦੋਂ ਮੇਰੇ ਕੋਲ 50 ਸਵੀਪਰਸ ਦੀ ਟੀਮ ਹੁੰਦੀ ਸੀ, ਜਿਹੜੇ ਕਾਰਪੋਰੇਸ਼ਨ ਵੱਲੋਂ ਸਵੀਪਰਸ ਹੁੰਦੇ ਸੀ, ਉਹਨਾਂ ਕੋਲ ਮੈਂ ਜਾ ਕੇ ਕੋਲ ਖੜੇ ਹੋ ਕੇ ਮੈਂ ਸਫਾਈ ਕਰਾਉਂਦੀ ਸੀ। ਅਬਾਊਟ 7 ਇਅਰਸ ਤੋਂ ਬਾਅਦ ਇੱਕ ਅਕਾਲੀ ਦਲ ਦਾ ਹੀ ਕੈਂਡੀਡੇਟ ਹੈ, ਮੈਂ ਉਹਨਾਂ ਦਾ ਨਾਮ ਵੀ ਲੈ ਦਿੰਦੀ ਹਾਂ ਤੁਹਾਨੂੰ, ਲੱਕੀ ਨੇ, ਰਿਸ਼ੀ ਨਗਰ ਤੋਂ, ਉਹਨਾਂ ਦੇ ਵਾਰਡ ਦੇ ਵਿੱਚ ਜਦੋਂ ਮੈਂ ਕੰਮ ਕਰਾਉਣ ਜਾਂਦੀ ਸੀ, ਉਹ ਮੇਰੀਆਂ ਪਿਕਚਰਸ ਜਿਹੜੀਆਂ ਸੀਗੀਆਂ ਉਹ ਲਾ ਕੇ ਰੱਖਦੇ ਸੀ ਤੇ ਮੈਨੂੰ ਕਹਿੰਦੇ ਸੀ ਮੈਡਮ ਤੁਸੀਂ ਇਹਨੂੰ ਸੋਸ਼ਲ ਮੀਡੀਆ 'ਚ ਦਿਓ। ਮੈਂ ਉਹਨਾਂ ਨੂੰ ਕਹਿੰਦੀ ਸੀ ਕਿ ਨਹੀਂ, ਮੈਨੂੰ ਇੱਕ ਸਮਾਜ ਸੇਵਾ ਦਾ ਸ਼ੌਂਕ ਹੈ, ਮੈਨੂੰ ਪੀਸ ਆਫ ਮਾਈਂਡ ਮਿਲਦਾ ਹੈ ਤੇ ਮੈਂ ਦਿਖਾ ਕੇ ਕੀ ਕਰਨਾ, ਤੇ ਉਹ ਕਹਿੰਦੇ ਸੀ ਨਹੀਂ, ਕਿ ਜਦੋਂ ਅਸੀਂ ਸੋਸ਼ਲ ਮੀਡੀਆ 'ਚ ਦੱਸਾਂਗੇ ਨਹੀਂ, ਤੁਹਾਡੇ ਵਾਰਡ ਵਿੱਚ ਸਾਰਿਆਂ ਨੂੰ ਪਤਾ ਲੱਗੇਗਾ ਕਿ ਮੈਡਮ ਕੰਮ ਕਰ ਰਿਹਾ ਹੈ। ਕਈ ਵਾਰੀ ਦੂਸਰੇ ਵੀ ਇੰਸਪਾਇਰ ਹੁੰਦੇ ਆ ਉਸ ਤੋਂ। 1 ਮਹੀਨਾ ਉਹਨਾਂ ਨੇ ਮੇਰੀਆਂ ਪਿਕਚਰਸ ਜਿਹੜੀਆਂ ਸੰਭਾਲ ਕੇ ਰੱਖੀਆਂ, ਲੇਕਿਨ ਜਦੋਂ ਬਾਰ-ਬਾਰ ਉਹਨਾਂ ਨੇ ਕਿਹਾ ਤੇ ਮੈਨੂੰ ਲੱਗਿਆ ਕਿ ਸ਼ਾਇਦ ਕਈ ਵਾਰੀ ਕਹਿੰਦੇ ਨਾ ਪਰਮਾਤਮਾ ਜੋ ਕਰਦਾ ਭਲੇ ਵਾਸਤੇ ਕਰਦਾ ਹੈ, ਤੇ ਮੈਂ ਫਿਰ ਉਹਨਾਂ ਨੂੰ ਕਿਹਾ ਕਿ ਠੀਕ ਹੈ, ਅੱਜ ਤੁਸੀਂ ਸਾਰੀਆਂ ਪਿਕਚਰਸ ਮੇਰੀਆਂ ਪਾਓ, ਤੇ ਉਸ ਤੋਂ ਬਾਅਦ ਅਸੀਂ ਜਿਹੜੀਆਂ ਪਿਕਚਰਸ ਆਪਣੀਆਂ ਪਾਉਣੀਆਂ ਸ਼ੁਰੂ ਕਰਦੇ ਹਾਂ। ਹੁਣ ਕਿਉਂਕਿ ਕਾਰਪੋਰੇਸ਼ਨ ਕੋਲੋਂ ਫੰਡਸ ਦੀ ਕਮੀ ਹੈ, ਔਰ ਕਿਉਂਕਿ ਮੇਰਾ ਬੇਟਾ ਜਿਹੜਾ ਸੀ ਉਹ ਮੇਰੇ ਨਾਲ ਹੋ ਗਿਆ, ਤੇ ਇਹਨੇ ਮੈਨੂੰ ਨਾਲ ਗਾਈਡ ਕਰਨਾ ਸ਼ੁਰੂ ਕੀਤਾ ਕਿ ਮੰਮਾ ਆਪਾਂ ਕਿਉਂ ਨਾ ਜਿਸ ਤਰ੍ਹਾਂ ਪੇਂਟਿੰਗਸ ਦਾ ਕੰਮ ਹੈਗਾ, ਡਿਵਾਈਡਰਸ ਦੇ ਵਿੱਚ ਆਪਾਂ ਉਹ ਵੀ ਸਟਾਰਟ ਕਰ ਦਈਏ, ਜਿੱਥੇ ਗ੍ਰੀਨਰੀ ਦੀ ਜ਼ਰੂਰਤ ਹੈ ਅਸੀਂ ਉਹ ਕਰ ਦਈਏ, ਤੇ ਅਸੀਂ ਉਹ ਕਰਦੇ ਜਾ ਰਹੇ ਹਾਂ ਜੀ। ਤੇ ਕੀ ਜਲੰਧਰ ਸ਼ਹਿਰ ਦੇ ਮੇਅਰ ਜਾਂ ਕਾਰਪੋਰੇਸ਼ਨ ਦੀ ਵਰਕਿੰਗ ਤੋਂ ਤੁਸੀਂ ਸੈਟੀਸਫਾਈ ਹੋ? ਦੇਖੋ, ਮੇਅਰ ਸਾਹਿਬ ਦਾ ਵੀ ਮੈਂ ਕਹਿ ਸਕਦੀ ਹਾਂ ਇਹਦੇ ਵਿੱਚ ਨਹੀਂ ਕਸੂਰ ਹੈਗਾ, ਕਿਉਂਕਿ ਇਸ ਸਮੇਂ ਫੰਡਸ ਦੀ ਕਮੀ ਹੋਣ ਕਰਕੇ ਮਸ਼ੀਨਰੀ ਨਹੀਂ ਹੈ ਸਾਡੀ ਕਾਰਪੋਰੇਸ਼ਨ ਦੇ ਵਿੱਚ, ਜਿਸ ਦੇ ਕਰਕੇ ਪ੍ਰੋਬਲਮਸ ਫੇਸ ਕਰਨੀਆਂ ਪੈ ਰਹੀਆਂ ਹੈ। ਲੇਕਿਨ ਮੈਨੂੰ ਲੱਗਿਆ ਕਿ ਅਗਰ ਆਪਾਂ ਇੰਨੇ ਖਰਚੇ ਕਰਦੇ ਹਾਂ, ਆਪਣੇ ਘਰਾਂ ਦੇ ਵਿੱਚ ਹੋਰ ਵੀ ਖਰਚੇ ਕਰਦੇ ਹਾਂ, ਤੇ ਅਗਰ ਮੈਨੂੰ ਆਪਣੀ ਵਾਰਡ ਦੀ ਸਾਫ਼ ਸਫਾਈ ਕਰਨ ਦੇ ਲਈ ਆਪਣੇ ਕੋਲੋਂ ਪਰਸਨਲ ਖਰਚਾ ਕਰਨਾ ਪੈ ਰਿਹਾ, ਹੋਰ ਮੇਰੀਆਂ ਫੈਮਲੀਜ਼ ਨੇ, ਸੀਮਾ ਮਿਗਲਾਨੀ ਉਹਨਾਂ ਦੀ ਫੈਮਿਲੀ ਹੈ, ਇਸ ਤੋਂ ਇਲਾਵਾ ਮਨਨ ਸੋਨੀ ਹੈ ਉਹਨਾਂ ਦੀ ਫੈਮਿਲੀ ਹੈ, ਹੁਜ਼ਾ ਫੈਮਿਲੀ ਹੈ, ਔਰ ਅਨੀਤਾ ਚੱਡਾ ਮੇਰੇ ਫਰੈਂਡਸ ਨੇ, ਹੋਰ ਜਿਸ ਤਰ੍ਹਾਂ 4-5 ਫੈਮਲੀਜ਼ ਨੇ, ਉਹ ਵੀ ਮੇਰੇ ਨਾਲ ਥੋੜਾ ਕੋਆਪਰੇਟ ਕਰਦੇ ਹੈ ਸਾਰੇ, ਤੇ ਅਸੀਂ ਉਹ ਮਿਲ ਜੁਲ ਕੇ ਇਸ ਨੂੰ ਕਰੀ ਜਾ ਰਹੇ ਹਾਂ, ਕਿਉਂਕਿ ਇਕੱਲਾ ਇਨਸਾਨ ਤੇ ਦੇਖੋ ਕੋਈ ਵੀ ਕੁਝ ਨਹੀਂ ਕਰ ਸਕਦਾ। ਜਿਸ ਤਰ੍ਹਾਂ ਕਹਿੰਦੇ ਨਾ ਕਿ ਤੁਸੀਂ ਚਲਦੇ ਜਾਓ ਤੇ ਕਾਰਵਾਂ ਜਿਹੜਾ ਉਹ ਬੰਦਾ ਹੀ ਜਾਂਦਾ ਹੈ, ਤੇ ਉਹ ਫਿਰ ਪਰਮਾਤਮਾ ਜ਼ਰੂਰ ਤੁਹਾਡੀ ਸਹਾਇਤਾ ਕਰਦਾ ਹਰ ਕੰਮ ਦੇ ਵਿੱਚ। ਬਿਲਕੁਲ। ਤੇ ਮੈਮ ਫਿਊਚਰ ਪਲਾਨਸ ਕੀ ਨੇ ਤੁਹਾਡੇ? ਦੇਖੋ, ਮੇਰੇ ਕੋਈ ਫਿਊਚਰ ਪਲਾਨਸ ਨਹੀਂ ਹੈ। ਮੈਂ ਤਾਂ ਹਮੇਸ਼ਾ ਹੀ ਸੋਚਦੀ ਹੁੰਦੀ ਹਾਂ ਕਿ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ, ਇਹ ਪਰਮਾਤਮਾ ਦੇ ਹੱਥ ਦੇ ਵਿੱਚ ਹੁੰਦਾ ਹੈ ਕਿ ਪਰਮਾਤਮਾ ਨੇ ਕਿਸ ਇਨਸਾਨ ਨੂੰ ਕਿੱਥੇ ਲਿਜਾਣਾ ਹੈ। ਮੈਂ ਹਮੇਸ਼ਾ ਪ੍ਰੈਜ਼ੈਂਟ ਦੇ ਵਿੱਚ ਜੀਣਾ ਹੀ ਸਿੱਖਿਆ। ਪ੍ਰੈਜ਼ੈਂਟ ਮੈਂ ਕਾਉਂਸਲਰ ਹਾਂ, ਕਾਉਂਸਲਰ ਬਣ ਕੇ ਮੇਰੀ ਜਿਹੜੀ ਵਰਕਿੰਗ ਹੈ, ਜੋ ਲੋਕਾਂ ਦਾ ਮੇਰੇ ਪ੍ਰਤੀ ਕਰਜ਼ਾ, ਦੇਖੋ ਜਦੋਂ ਕੋਈ ਵੋਟ ਦਿੰਦਾ ਹੈ ਕਿਸੇ ਨੂੰ, ਉਹ ਇਹੀ ਸੋਚ ਕੇ ਦਿੰਦਾ ਕਿ ਉਹਨਾਂ ਨੂੰ ਕੋਈ ਜੇ ਪ੍ਰੋਬਲਮ ਹੈ ਤੇ ਉਸ ਦਾ ਸੋਲੂਸ਼ਨ ਨਿਕਲ ਸਕੇ। ਅਗਰ ਮੈਂ ਉਹਨਾਂ ਦੇ ਸੋਲੂਸ਼ਨ ਹੀ ਨਹੀਂ ਨਿਕਾਲ ਸਕਦੀ ਤੇ ਫਿਰ ਮੈਨੂੰ ਕੋਈ ਹੱਕ ਵੀ ਨਹੀਂ ਹੈਗਾ ਕਾਉਂਸਲਰ ਰਹਿਣ ਦਾ। ਤੇ ਇਸ ਕਰਕੇ ਮੈਂ ਉਸ ਬੇਸ ਤੇ ਚਲਦੀ ਆਪਣੇ ਜਿਹੜੇ ਕੰਮ ਉਹਨਾਂ ਨੂੰ ਕਰਦੇ ਆ ਰਹੀ ਹਾਂ। ਬਾਕੀ ਉਸ ਪਰਮਾਤਮਾ ਦੇ ਹੱਥ ਦੇ ਵਿੱਚ ਹੈ, ਮੇਰਾ ਕੋਈ ਇਹਦੇ ਬਾਰੇ ਫਿਊਚਰ ਕੋਈ ਪਲਾਨ ਨਹੀਂ ਹੈ। ਕਦੀ ਮੈਂ ਕੁਝ ਆਪਣੇ
ਆਪਣੇ ਲਈ ਪਰਮਾਤਮਾ ਅੱਗੇ ਡਿਮਾਂਡ ਨਹੀਂ ਕਰਦੀ, ਹਮੇਸ਼ਾ ਪਰਮਾਤਮਾ ਅੱਗੇ ਹੀ ਅਰਦਾਸ ਕਰਦੀ ਹਾਂ ਕਿ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਹਮੇਸ਼ਾ ਇੰਸਪਾਇਰ ਕਰਦੇ ਰਹਿਣਾ, ਤਾਂ ਜੋ ਜਿਹੜੀ ਮੈਂ ਆਪਣੇ ਦੇਸ਼ ਦੀ ਸੇਵਾ ਕਰਦੇ ਕਰਦੇ ਹੀ ਜਿਹੜੇ ਮੇਰੇ ਭਰਾ ਨਿਕਲਣ। ਤੇ ਯੂਰ ਵਰਲਡ ਨਿਊਜ਼ ਦੇ ਮਾਧਿਅਮ ਰਾਹੀਂ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਸਾਰਿਆਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੂੰਗੀ ਕਿ ਇਕੱਲਾ ਵੀ ਇਨਸਾਨ ਜਿਹੜਾ ਹੈ ਕੋਈ ਵੀ ਕੁਝ ਨਹੀਂ ਕਰ ਸਕਦਾ। ਆਓ ਅਸੀਂ ਸਾਰੇ ਮਿਲ ਜੁਲ ਕੇ, ਕਿਉਂਕਿ ਅਗਰ ਅਸੀਂ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖ ਸਕਦੇ ਹਾਂ, ਅਸੀਂ ਘਰ ਦਾ ਆਲਾ ਦੁਆਲਾ ਵੀ ਸਾਫ਼ ਸੁਥਰਾ ਰੱਖ ਸਕਦੇ ਹਾਂ। ਅਗਰ ਸਾਰੇ ਹੀ ਇਸ ਮੈਥਡ ਨੂੰ ਅਡੋਪਟ ਕਰ ਲੈਂਦੇ ਆ ਤੇ ਜਲੰਧਰ ਨੂੰ ਨੀਟ ਕਲੀਨ ਗ੍ਰੀਨ ਬਣਾਉਣ ਦੇ ਵਿੱਚ ਕੋਈ ਵੀ ਮੁਸ਼ਕਲ ਨਹੀਂ ਹੈ, ਕਿਉਂਕਿ ਇਸ ਸਮੇਂ ਵਾਟਰ ਲੈਵਲ ਜਿਹੜਾ ਉਹ ਵੀ ਬਹੁਤ ਡਾਊਨ ਜਾ ਰਿਹਾ ਹੈ। ਸਾਡੇ ਜਿਹੜਾ ਫਿਊਚਰ ਹੈ, ਬੱਚੇ ਜਿਹੜੇ ਆ, ਅਸੀਂ ਇਹਨਾਂ ਨੂੰ ਇੱਕ ਅੱਛਾ ਵਾਤਾਵਰਨ ਦੇ ਕੇ ਜਾਈਏ, ਅਸੀਂ ਇਹਨਾਂ ਨੂੰ ਪਾਣੀ ਦੇ ਕੇ ਜਾਈਏ, ਕਿਉਂਕਿ ਅਗਰ ਅਸੀਂ ਵੱਡੀਆਂ ਵੱਡੀਆਂ ਕੋਠੀਆਂ ਬਣਾ ਲਈ, ਅਸੀਂ ਸੋਚੇ ਕਿ ਸਾਡੇ ਜਿਹੜੇ ਬੱਚੇ ਹੈ ਉਹ ਇਹਨਾਂ ਵਿੱਚ ਰਹਿਣ ਕੇ ਇੰਜੋਏ ਕਰਨਗੇ, ਪਰ ਉਹਦਾ ਕੀ ਫਾਇਦਾ ਅਗਰ ਪੋਲਿਊਸ਼ਨ ਇੰਨਾ ਹੋਏਗਾ, ਵਾਟਰ ਨਹੀਂ ਹੋਏਗਾ ਬੱਚਿਆਂ ਕੋਲੋਂ। ਤੇ ਇਸ ਕਰਕੇ ਮੈਂ ਸਾਰਿਆਂ ਅੱਗੇ ਹੀ ਰਿਕੁਐਸਟ ਕਰਾਂਗੀ ਕਿ ਅਸੀਂ ਸਾਰੇ ਮਿਲ ਜੁਲ ਕੇ ਆਪਣਾ ਆਲਾ ਦਾਲਾ ਸਾਫ਼ ਸੁਥਰਾ ਰੱਖੀਏ, ਇਸ ਨੂੰ ਜਿੰਨੀ ਅਸੀਂ ਗ੍ਰੀਨਰੀ ਕ੍ਰੀਏਟ ਕਰ ਸਕਦੇ ਹਾਂ ਉਹਨੂੰ ਕ੍ਰੀਏਟ ਕਰੀਏ। ਤੇ ਇਸ ਤੋਂ ਇਲਾਵਾ ਕਿਉਂਕਿ ਜਿਹੜਾ ਇਸ ਸਮੇਂ ਹੈ ਕੋਵਿਡ-19 ਦੇ ਦੌਰਾਨ ਸਾਡੇ ਜਿਹੜੇ ਵੀ PM ਸਾਹਿਬ ਨੇ, ਸਾਡੇ CM ਸਾਹਿਬ ਨੇ ਜਿਹੜਾ ਮੈਸੇਜ ਦਿੱਤਾ ਹੈ, ਅਸੀਂ ਸੋਸ਼ਲ ਡਿਸਟੈਂਸ ਬਣਾ ਕੇ ਰੱਖੀਏ, ਸਾਰੇ ਮਾਸਕ ਨੂੰ ਪਹਿਨ ਕੇ ਰੱਖੀਏ, ਔਰ ਆਪਣੀ ਹਿਊਮੈਨਿਟੀ ਸਟਰੋਂਗ ਕਰਨ ਦੇ ਲਈ ਅਸੀਂ ਸਾਰੇ ਐਕਸਰਸਾਈਜ਼ ਕਰੀਏ, ਮੈਡੀਟੇਸ਼ਨ ਕਰੀਏ, ਔਰ ਅੱਛਾ ਜਿਹੜਾ ਘਰ ਦਾ ਸਾਫ਼ ਸੁਥਰਾ ਖਾਣਾ ਖਾਈਏ। ਜੀ, ਸੋ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਸੋ ਹੁਣ ਤੁਸੀਂ ਦੇਖਿਆ ਕਿ ਅਸੀਂ ਵਾਰਡ ਨੰਬਰ 27 ਦੇ ਕਾਉਂਸਲਰ ਅਰੁਣਾ ਅਰੋੜਾ ਜੀ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਘਰ ਦੇ ਆਲੇ ਦੁਆਲੇ ਸਾਫ਼ ਸਫਾਈ ਸਾਨੂੰ ਖੁਦ ਹੀ ਰੱਖਣੀ ਚਾਹੀਦੀ ਹੈ। ਤੇ ਇਸ ਦੇ ਨਾਲ ਹੀ ਅਸੀਂ ਬਾਕੀ ਨੁਮਾਇੰਦਿਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ। ਜਿਵੇਂ ਇਹ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੇ ਨੇ, ਉਸ ਤਰੀਕੇ ਦੇ ਨਾਲ ਬਾਕੀ ਨੁਮਾਇੰਦੇ ਵੀ ਆਪਣੀ ਡਿਊਟੀ ਨੂੰ ਬਖੂਬੀ ਸਮਝਦੇ ਹੋਏ ਸਮਾਜ ਦੇ ਵਿੱਚ ਵਿਚਰਨ, ਸਮਾਜ ਦੇ ਵਿੱਚ ਉਤਰਨ ਤੇ ਲੋਕਾਂ ਦੀ ਸੇਵਾ ਕਰਨ। ਤੇ ਲੋਕਾਂ ਤੋਂ ਵੀ ਅਪੀਲ ਕਰਦੇ ਹਾਂ ਕਿ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਾਈਡਲਾਈਨਸ ਦੀ ਪਾਲਣਾ ਕਰਨ। ਸਹਿਯੋਗੀ ਰਾਹੁਲ ਦੇ ਨਾਲ ਮੈਂ ਮਨਪ੍ਰੀਤ ਕੌਰ, ਯੂਰ ਵਰਲਡ ਨਿਊਜ਼।